तो अंदोलन देश पद्धरी बन चुका कि हुण जिन्ने भी अगले एक्शन आउणगे वड्डे एक्शन ते देश पद्धरी एक्शन ही होणगे। जिहड़ी किसानी को 2 किल्ले वाला किसान, 4 किल्ले वाला किसान, 5-7 किल्ले वाला किसान ਉਹਨੇ ਲਾਲ ਕਿਲੇ ਤੇ ਝੰਡੇ ਤੋਂ ਕੁਛ ਨਹੀਂ ਲੈਣਾ। ਉਹਨੂੰ ਆਪਣੀ ਹੋਂਦ ਦੀ ਲੜਾਈ ਲੜਨ ਗਿਆ। ਉੱਥੇ ਬਹੁਤ ਵਾਰੀ ਕਿਹਾ ਗਿਆ ਵੀ ਡੈਕ ਨਾ ਵਜਾਓ ਜਾਂ ਹੋਰ, ਪਰ ਉਸ ਦਿਨ ਤੱਕ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ। ਉਹ 8-9 ਕਿਲੋਮੀਟਰ ਤੱਕ ਇਦਾਂ ਦਾ ਮਾਹੌਲ ਸੀ ਜਿਵੇਂ ਕੋਈ ਆਪਣਾ ਬਹੁਤ ਨੇੜਲੇ ਬੰਦਾ ਉਹਦਾ ਅਰਥੀ ਫੂਕ ਕੇ ਆਏ। ਕੋਈ ਆਪਸ ਚ ਗੱਲ ਨਹੀਂ ਕਰ ਰਿਹਾ ਸੀ, ਕੋਈ ਡੈਕ ਨਹੀਂ ਵੱਜ ਰਿਹਾ ਸੀ, ਕੋਈ ਰੋਟੀ ਨਹੀਂ ਬਣਾ ਰਿਹਾ ਸੀ ਤੇ ਬਹੁਤ ਸਾਰੀਆਂ ਲੋਕਾਂ ਦੀਆਂ ਅੱਖਾਂ 'ਚ ਗਲੇਟੂ ਸੀ। ਸਿਖਰ ਤੇ ਕੋਈ ਮੂਵਮੈਂਟ ਨੂੰ ਕੋਈ ਬੰਦਾ ਐ ਖੰਡਾਉਣ ਦੀ ਕੋਸ਼ਿਸ਼ ਕਰੇ, ਉਹਨੂੰ ਕੀ ਕਿਹਾ ਜਾਊਗਾ, ਉਹਨੂੰ ਕੀ ਕਿਹਾ ਜਾਣਾ ਚਾਹੀਦਾ? ਮੇਰੇ ਸ਼ਬਦ ਜਿਹਨੂੰ ਨਹੀਂ ਸਹਿਮਤ ਗਏ, ਜਿੰਨੇ ਸਿਰੇ ਤੇ ਗਈ ਮੂਵਮੈਂਟ ਖੰਡਾਈ ਆ, ਜਿਹਨੂੰ ਜਿਹੜਾ ਸ਼ਬਦ ਚੰਗਾ ਲੱਗਦਾ, ਕਿਸੇ ਨੂੰ ਲੱਗਦਾ ਵੀ ਉਹਨਾਂ ਨੂੰ ਦੇਸ਼ ਭਗਤ ਕਹਿਣਾ ਚਾਹੀਦਾ, ਦੇਸ਼ ਭਗਤ ਕਹਿ ਲੈ। ਕਿਸੇ ਨੂੰ ਕਹਿਣਾ ਚਾਹੀਦਾ ਕਿ ਵੀ ਉਹ ਬਹੁਤ ਦਲੇਰ ਸੀ, ਕਹਿ ਲੈਣਾ ਚਾਹੀਦਾ ਵੀ ਜਿਨ੍ਹਾਂ ਨੂੰ ਜਿਹੜੇ ਮੂਵਮੈਂਟ ਦਾ ਨੁਕਸਾਨ ਕਰਦੇ ਆ, ਲੋਕਾਂ ਦੀ ਰੋਜੀ ਰੋਟੀ ਬਚਾਉਣ ਦੀ ਲੜਾਈ ਆ, ਤੇ ਉਹ ਲੜਾਈ ਸਿਖਰ ਤੇ ਗਈ, ਉਹਦਾ ਜੇ ਕੋਈ ਨੁਕਸਾਨ ਕਰਨਾ ਚਾਹੁੰਦਾ, ਜਿਹਨੂੰ ਮੇਰੇ ਸ਼ਬਦ ਨਹੀਂ ਚੰਗੇ ਲੱਗਦੇ, ਜਿਹਨੂੰ ਜਿਹੜਾ ਸ਼ਬਦ ਚੰਗਾ ਲੱਗਦਾ ਉਹ ਕਹਿ ਲੈ। ਇਹਦੀ ਨੇੜ ਭਵਿੱਖ ਦੇ ਵਿੱਚ ਸਿਮਟ ਜਾਣ ਦੀ ਜਿਹੜੀ ਜ਼ਿਆਦਾ ਉਮੀਦ ਨਹੀਂ ਗੀ, ਕਿਉਂਕਿ ਸਰਕਾਰ ਨੇ ਇਹਨੂੰ ਆਪਣੀ ਹੋਂਦ ਦੀ ਲੜਾਈ ਮੰਨ ਲਿਆ। ਜਿਵੇਂ ਕਿਸਾਨੀ ਨੇ ਇਹਨੂੰ ਹੋਂਦ ਦੀ ਲੜਾਈ ਮੰਨ ਲਿਆ, ਮੋਦੀ ਸਰਕਾਰ ਨੇ ਵੀ ਇਹਨੂੰ ਆਪਣੀ ਹੋਂਦ ਦੀ ਲੜਾਈ ਮੰਨ ਲਿਆ ਕਿ ਜੇ ਇਹ ਖੇਤੀ ਕਾਨੂੰਨ ਰੱਦ ਕਰਦੇ ਆ ਤੇ ਹੋਂਦ ਜਿਹੜੀ ਮੋਦੀ ਸਰਕਾਰ ਦੀ ਵੀ ਉਹ ਖਤਰੇ 'ਚ ਆ, ਕਿਉਂਕਿ 7 ਸਾਲਾਂ ਦੇ ਵਿੱਚ ਉਹਨਾਂ ਨੂੰ ਕਦੀ ਇਸ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਸੀਗਾ। ਪਹਿਲੀ ਵਾਰੀ ਹੈ ਕਿ ਏਡੀ ਵੱਡੀ ਮੂਵਮੈਂਟ ਦਾ ਉਹਨਾਂ ਨੂੰ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਹੈਗਾ। ਇਸ ਕਰਕੇ ਲੜਾਈ ਲੰਬੀ ਆ, ਸਰਕਾਰ ਨੇ ਸਾਡਾ ਜਿਹੜਾ ਸਬਰ ਪਰਖਣਾ। 2.5 ਮਹੀਨਿਆਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ। ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕਿਸਾਨਾਂ ਨੇ ਜਿਹੜਾ ਧਰਨਾ ਲਗਾ ਰੱਖਿਆ ਹੈਗਾ, ਔਰ ਸੰਯੁਕਤ ਮੋਰਚੇ ਦੇ ਵਿੱਚ ਜਿਹੜੀਆਂ ਹੈਗੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਕਿਸਾਨ ਜਥੇਬੰਦੀ ਹੈ ਕਿਰਤੀ ਕਿਸਾਨ ਯੂਨੀਅਨ। ਕਿਰਤੀ ਕਿਸਾਨ ਯੂਨੀਅਨ ਦੇ ਜੋ ਆਗੂ ਨੇ ਰਜਿੰਦਰ ਜੀ, ਉਹ ਸਾਡੇ ਨਾਲ ਇਸ ਵਕਤ ਮੌਜੂਦ ਨੇ। ਗੱਲ ਕਰਦੇ ਆ ਕਿ ਕਿਸਾਨ ਸੰਘਰਸ਼ ਜਿਹੜਾ ਹੈਗਾ ਹੁਣ ਤੱਕ ਕਿੱਥੋਂ ਤੱਕ ਪਹੁੰਚਿਆ ਤੇ ਅੱਗੇ ਦੀ ਇਹਨਾਂ ਦੀ ਕੀ ਰਣਨੀਤੀ ਹੈ? ਸਰ, ਕੀ ਰਣਨੀਤੀ ਹੈ ਹੁਣ ਅੱਗੇ ਦੀ ਤੁਹਾਡੀ, ਔਰ ਹੁਣ ਤੱਕ ਜਾਂ ਕਿਸਾਨ ਸੰਘਰਸ਼ ਹੈ ਜਿਹੜਾ ਉਹ ਕਿੱਥੋਂ ਤੱਕ ਪਹੁੰਚਿਆ? ਦੇਖੋ, ਇਸ ਅੰਦੋਲਨ ਨੂੰ 26 ਫਰਵਰੀ ਨੂੰ 3 ਮਹੀਨੇ ਪੂਰੇ ਹੋ ਜਾਣੇ ਆ। ਤੋ ਦਿੱਲੀ ਨੂੰ ਘੇਰਾ ਪਾ ਕੇ ਕੋਈ 3 ਮਹੀਨੇ ਕਿਸਾਨ ਬੈਠੇ ਰਹੇ ਹੋਣ, ਇਹ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਊਗਾ। ਔਰ 26 ਜਨਵਰੀ ਨੂੰ ਅਸੀਂ ਉੱਥੇ ਵੱਡੇ ਇਕੱਠ ਦਾ ਜਿਹੜਾ ਹੈਗਾ ਉਹ ਐਲਾਨ ਕੀਤਾ ਹੋਇਆ, ਔਰ 20 ਤਰੀਕ ਨੂੰ ਯਾਨੀ ਕਿ ਕੱਲ੍ਹ ਨੂੰ ਸਾਡੀ ਸਿੰਘੂ ਮੀਟਿੰਗ ਆ, ਜਿਹਦੇ 'ਚ ਪੂਰੀਆਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਦੀ ਮੀਟਿੰਗ, ਜਿਹਦੇ 'ਚ ਅਗਲਾ ਐਕਸ਼ਨ ਜਿਹੜਾ ਉਹਦੀ ਚਰਚਾ ਕੀਤੀ ਜਾਊਗੀ। ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਹੈਗੀ ਆ ਉਹ ਮੀਟਿੰਗ ਹੋਊਗੀ। ਕੱਲ੍ਹ ਦਾ ਜਿਹੜਾ ਰੇਲਵੇ ਜਾਮ ਸੀਗਾ ਉਹਨੇ ਸਾਬਤ ਕਰਤਾ ਕਿ ਲਗਭਗ 12 ਤੋਂ 13 ਸੂਬਿਆਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਨੇ ਉਹ ਰੇਲਵੇ ਜਿਹੜੇ ਹੈਗੇ ਕਾਫੀ ਥਾਵਾਂ 'ਤੇ, ਔਰ ਜੇ 1-2 ਥਾਵਾਂ ਦੀ ਹੈ ਤੇ ਕਾਫੀ ਲਗਭਗ ਹਿੰਦੁਸਤਾਨ ਦੇ ਵੱਡੇ ਹਿੱਸਿਆਂ ਦੇ ਵਿੱਚ ਰੇਲਵੇ ਲੋਕਾਂ ਨੇ ਜਿਹੜੀ 4 ਘੰਟੇ ਜਾਮ ਕੀਤੀ ਹੈ। ਇਹ ਪਹਿਲੀ ਵਾਰੀ ਹੋਇਆ। ਇਸ ਤੋਂ ਪਹਿਲਾਂ ਜਿੰਨੀ ਵਾਰੀ ਵੀ ਰੇਲਵੇ ਰੋਕੀ ਗਈ ਆ ਉਹ ਸਿਰਫ ਪੰਜਾਬ ਦੇ ਵਿੱਚ ਰੋਕੀ ਗਈ ਆ। ਪੰਜਾਬ ਦੇ ਵਿੱਚ ਰੇਲਵੇ ਰੋਕਣਾ ਪੰਜਾਬ ਦੇ ਲੋਕਾਂ ਵਾਸਤੇ ਆਮ ਗੱਲ ਬਣੀ ਹੋਈ ਆ, ਪਰ ਦੇਸ਼ ਦੇ ਦੂਜੇ ਹਿੱਸਿਆਂ ਵਾਸਤੇ ਬਹੁਤ ਵੱਡੀ ਗੱਲ ਆ, ਕਿਉਂਕਿ ਕੱਲ੍ਹ ਯੂਪੀ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਰੇਲਵੇ ਟਰੈਕ ਦੇ ਉੱਪਰ ਕਿਸਾਨਾਂ ਨੂੰ ਜਿਹੜਾ ਚੜ੍ਹਨ ਨਹੀਂ ਦਿੱਤਾ ਗਾ, ਫਿਰ ਵੀ ਉੱਥੇ ਰੇਲਵੇ ਬਹੁਤ ਸਾਰੀਆਂ ਥਾਵਾਂ 'ਤੇ ਜਿਹੜੀ ਹੈ ਜਾਮ ਹੋਈ ਆ। ਤੋ ਅੰਦੋਲਨ ਦੇਸ਼ ਪੱਧਰੀ ਬਣ ਚੁੱਕਾ ਕਿ ਹੁਣ ਜਿੰਨੇ ਵੀ ਅਗਲੇ ਐਕਸ਼ਨ ਆਉਣਗੇ ਵੱਡੇ ਐਕਸ਼ਨ ਤੇ ਦੇਸ਼ ਪੱਧਰੀ ਐਕਸ਼ਨ ਹੀ ਹੋਣਗੇ। ਰਜਿੰਦਰ ਜੀ, ਜਿਵੇਂ ਕਿ ਸਾਰੇ ਜਿਹੜੇ ਹੈਗੇ ਕਿਸਾਨ ਆਗੂ ਹੈ ਜਾਂ ਕਿਸਾਨ ਜਥੇਬੰਦੀਆਂ ਉਹ ਲੱਗੀਆਂ ਹੋਈਆਂ ਨੇ ਕਿ ਸੰਘਰਸ਼ ਜਿਹੜਾ ਹੈਗਾ ਸਕਸੈਸਫੁਲ ਹੋਵੇ ਤੇ ਕਿਸਾਨਾਂ ਦੀ ਜਿਹੜੀ ਜਿੱਤ ਹੋਵੇ, ਪਰ ਕਿਤੇ ਨਾ ਕਿਤੇ 26 ਜਨਵਰੀ ਦਾ ਜੋ ਵਾਕਿਆ ਹੋਇਆ ਉਸ ਤੋਂ ਬਾਅਦ ਕਿਸਾਨ ਆਗੂਆਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਇੱਕ ਪ੍ਰਚਾਰ ਚੱਲ ਰਿਹਾ ਹੈਗਾ। ਕਿਸਾਨ ਆਗੂਆਂ ਨੂੰ ਲੋਕਾਂ ਦੇ ਜਿਹੜੇ ਹੈਗੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂ? ਦੇਖੋ, ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਜਿਹੜੇ ਝੂਠੇ ਤੇ ਲੋਕ ਹੁੰਦੇ ਉਹਨਾਂ ਨੂੰ ਤੁਸੀਂ ਰੜਕਦੇ ਹੋ। ਇਹ ਪ੍ਰਚਾਰ ਹੁਣ ਹੀ ਨਹੀਂ ਚੱਲ ਰਿਹਾ ਹੈਗਾ। ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ, ਇਹ ਲੱਗਾ ਕਿ ਇੱਕ ਵੱਡੀ ਮੂਵਮੈਂਟ ਬਣ ਜਾਣੀ ਆ, ਉਦੋਂ ਤੋਂ ਹੀ ਇਹ ਪ੍ਰਚਾਰ ਚੱਲਦਾ। ਇਹ ਰਲ ਜਾਂਦੇ ਆ, ਇਹ ਵਿਕ ਜਾਂਦੇ ਆ, ਇਹ ਸਮਝੌਤਾ ਕਰ ਜਾਂਦੇ ਆ। ਠੀਕ ਆ, ਸਰਕਾਰ ਨੇ ਪ੍ਰਚਾਰ ਕੀਤਾ, ਇਹਨਾਂ ਨੂੰ ਕਾਨੂੰਨਾਂ ਦਾ ਨਹੀਂ ਪਤਾ, ਇਹਨਾਂ ਨੂੰ ਸਮਝਾ ਦਿਆਂਗੇ, ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਇਹਨਾਂ ਨੂੰ ਹਿੰਦੀ ਨਹੀਂ ਆਉਂਦੀ, ਇਹ ਮਤਲਬ ਜੱਟ ਬੂਟ ਲੋਕ ਨੇ। ਕੱਲੀ ਗੱਲ ਜਿਹੜੀ ਆ ਹੁਣ ਤੱਕ 3 ਮਹੀਨਿਆਂ 'ਚ ਝੂਠੀ ਸਾਬਤ ਕੀਤੀ। 7 ਸਾਲਾਂ ਦੇ ਵਿੱਚ ਸਰਕਾਰ ਦਾ ਜਿਹਨੂੰ ਕਹਿੰਦੇ ਵੀ ਕਿਸੇ ਨੇ ਇੰਨਾ ਰਗੜਿਆ ਨਹੀਂ, ਉਹ ਭਾਵੇਂ ਮੈਦਾਨ ਦੀ ਗੱਲ ਹੋਵੇ ਭਾਵੇਂ ਗੱਲਬਾਤ ਦੀ ਗੱਲ ਹੋਵੇ। ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਤੇ ਹੋਰਾਂ ਮੰਤਰੀਆਂ ਨੂੰ ਇਹ ਸਾਬਤ ਕਰਤਾ ਕਿ ਤੁਹਾਡੇ ਕਾਨੂੰਨ ਗਲਤ ਆ, ਔਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਉਹ ਖੁਦ ਆਪਣੇ ਕਾਨੂੰਨ ਸੋਧਣ ਨੂੰ ਜਿਹੜੇ ਹੈਗੇ ਆ ਉਹ ਤਿਆਰ ਆ।
ਪਾਰਲੀਮੈਂਟ ਦੇ ਵਿੱਚ ਜਦੋਂ ਇਹ ਹੁਣ ਪਾਰਲੀਮੈਂਟ ਦਾ ਸੈਸ਼ਨ ਚੱਲਿਆ ਤੇ 8 ਲੱਖ ਸ਼ਬਦ ਬਹਿਸ ਦੌਰਾਨ ਜਿਹੜੇ ਉਹ ਖੇਤੀਬਾੜੀ ਕਾਨੂੰਨਾਂ ਤੇ ਜਿਹੜੇ ਆ ਉਹ ਬੋਲੇ ਗਏ ਹੈਗੇ ਆ ਤੇ ਇਹ ਇੱਕ ਯੋਗ ਅਗਵਾਈ ਕਰਕੇ ਜਿਹੜਾ ਹੋਇਆ। ਜਿਹੜੇ ਲੋਕ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ, ਪ੍ਰੋਪੇਗੈਂਡਾ ਕਰ ਰਹੇ ਹੈਗੇ ਆ, ਉਹਦੇ 'ਚ ਵੱਡੀ ਪੱਧਰ ਤੇ ਬੀਜੇਪੀ ਦਾ ਜਿਹੜਾ ਆਈਟੀ ਸੈੱਲ ਆ, ਹੋਰ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਈਟੀ ਸੈੱਲ ਲੱਗੇ ਹੋਏ ਆ। ਉਹ ਇਸ ਕਰਕੇ ਲੱਗੇ ਹੋਏ ਆ ਕਿ ਮੰਨ ਲਓ ਅੱਜ ਅਸੀਂ ਖੇਤੀ ਕਾਨੂੰਨ ਰੱਦ ਕਰਾ ਕੇ ਪੰਜਾਬ ਵਾਪਸ ਆ ਜਾਂਦੇ ਹਾਂ। ਖੇਤੀ ਕਾਨੂੰਨਾਂ ਦੀ ਲੜਾਈ ਦੇ ਵਿੱਚ ਜੇ ਤੁਸੀਂ ਮੋਦੀ ਸਰਕਾਰ ਨੂੰ ਹਰਾ ਦਿੰਦੇ ਆ ਤਾਂ ਜਿਹੜੇ ਕਿਸਾਨ ਜੇ ਉਹ ਤਸੀਲੇ ਜਾਂਦੇ ਆ ਉੱਥੇ ਲੁੱਟ ਆ, ਬਿਜਲੀ ਮਹਿਕਮਾ ਉੱਥੇ ਲੁੱਟ ਆ, ਥਾਣਿਆਂ 'ਚ ਕਚਹਿਰੀਆਂ 'ਚ ਹੋਰ ਸਿਆਸੀ ਆਗੂ ਆ ਉੱਤੇ ਪਰਚਾ ਕਰਾਤਾ, ਉਹਨੂੰ ਅੰਦਰ ਕਰਾਤਾ, ਉਹਨੂੰ ਚੜਾਤਾ, ਇਹ ਸਾਰਾ ਕੁਝ ਚੱਲਦਾ। ਜਿਹੜੇ ਕਿਸਾਨ ਨੂੰ ਇਹ ਹੋਇਆ ਕਿ ਅਸੀਂ ਮੋਦੀ ਹਕੂਮਤ ਨੂੰ ਹਰਾ ਕੇ ਆਏ ਆ, ਉਹਦਾ ਫਿਰ ਕੋਈ ਥਾਣੇ ਕਚਹਿਰੀਆਂ ਤਸੀਲੇ ਕੋਈ ਕੰਮ ਨਹੀਂ ਅੜੂਗਾ। ਇਸ ਕਰਕੇ ਉਹ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨੂੰ ਬੜੀ ਤਕਲੀਫ ਆ ਕਿ ਕਿਸਾਨ ਇਵੇਂ ਤਾਕਤ ਬਣ ਕੇ ਨਾ ਉੱਭਰਨ। ਇਸ ਕਰਕੇ ਉਹ ਲਗਾਤਾਰ ਬਦਨਾਮ ਕਰਨ, ਝੂਠੀਆਂ ਗੱਲਾਂ ਫੈਲਾਉਣ 'ਚ ਜਿਹੜੇ ਹੈਗੇ ਆ ਲੱਗੇ ਹੋਏ ਆ। ਪਰ ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਕੂੜਨ ਖੁੱਟੇ ਨਾਨਕਾ ਉੜਕ ਸੱਚ ਰਹੀ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ। ਤੁਸੀਂ ਕਿੰਨਾ ਕੁ ਸਮਾਂ ਗੁੰਮਰਾਹ ਕੁਨ ਪ੍ਰਚਾਰ ਕਰ ਸਕਦੇ ਹੋ, ਕਿੰਨਾ ਕੁ ਸਮਾਂ ਝੂਠ ਬੋਲ ਸਕਦੇ ਹੋ। ਹਨੇਰਾ ਜਿੰਨਾ ਮਰਜ਼ੀ ਗਾੜਾ ਹੋਵੇ ਸੂਰਜ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦਾਗਾ। ਗੱਲ ਲੋਕਾਂ ਦੇ ਸਾਹਮਣੇ ਆ ਜਾਣੀ ਆ ਕਿ ਕੋਈ ਸਿਆਸੀ ਪਾਰਟੀ, ਕੋਈ ਫੇਸਬੁੱਕੀ ਵਿਦਵਾਨ ਕੁਝ ਨਹੀਂ ਕਰ ਸਕਦੇ ਸੀਗੇ ਜੋ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੀ ਲੀਡਰਸ਼ਿਪ ਨੇ ਕਰਕੇ ਦਿਖਾਇਆ। ਰਜਿੰਦਰ ਜੀ, ਜਿੱਥੋਂ ਤੱਕ ਮੈਂ ਤੁਹਾਨੂੰ ਜਾਣਦਾ, ਤੁਹਾਡਾ ਜੀਵਨ ਆ ਜਿਹੜਾ ਜ਼ਿਆਦਾਤਰ ਸੰਘਰਸ਼ਾਂ ਵਾਲਾ ਹੀ ਰਿਹਾ ਹੈਗਾ, ਚਾਹੇ ਉਹ ਵਿਦਿਆਰਥੀ ਜਿਹੜਾ ਹੈਗਾ ਮੰਗਾਂ ਨੂੰ ਲੈ ਕੇ ਹੋਵੇ ਜਾਂ ਕੋਈ ਹੋਰ ਜੋ ਜ਼ਿਆਦਤੀਆਂ ਲੋਕਾਂ ਤੇ ਹੁੰਦੀਆਂ ਉਹਨਾਂ ਦੇ ਖਿਲਾਫ ਹੋਵੇ। ਪਰ ਜੋ ਕਿਸਾਨ ਸੰਘਰਸ਼ ਹੈ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇਹ ਸੰਘਰਸ਼ ਆ ਉਹ ਇੱਕੇ ਨਾਲ ਹੀ ਜਿੱਤੇ ਜਾ ਸਕਦੇ ਆ? ਇਕੱਲੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਜੋ ਸੰਘਰਸ਼ ਆ ਉਹ ਨਹੀਂ ਹੈਗਾ, ਤੇ ਤੁਹਾਡੇ ਵੱਲੋਂ ਸਟੇਜ ਤੋਂ ਗਦਾਰ ਕਿਹਾ ਜਾਣਾ ਲੋਕਾਂ ਨੂੰ, ਉਹ ਕੀ ਸਬੂਤ ਤੁਸੀਂ ਦੇ ਸਕਦੇ ਹੋ ਜੀ? ਦੇਖੋ, ਸੰਘਰਸ਼ ਏਕੇ ਨਾਲ ਹੀ ਜਿੱਤੇ ਜਾਂਦੇ। ਰਜਿੰਦਰ ਸਿੰਘ ਤਾਂ ਇੱਕ ਵਿਅਕਤੀ ਹੈ, ਇੱਕ ਵਿਅਕਤੀ ਕੁਝ ਨਹੀਂ ਕਰ ਸਕਦਾ ਗਾ। ਨਾ ਹੀ ਆਪਾਂ ਇਸ ਕੁਝ ਭੁਲੇਖੇ 'ਚ ਹੈਗੇ ਵੀ ਇਕੱਲਾ ਵਿਅਕਤੀ ਕੁਝ ਕਰ ਸਕਦਾ, ਨਾ ਹੀ ਅਸੀਂ ਵਿਅਕਤੀ ਹਾਂ। ਅਸੀਂ ਇੱਕ ਜਥੇਬੰਦਕ ਜਿਹੜੀ ਤਾਕਤ ਆ ਉਹਦਾ ਇੱਕ ਹਿੱਸਾ ਹੈਗੇ। 26 ਤਰੀਕ ਨੂੰ ਜਿਹੜੇ ਲੋਕ ਇਹ ਸਵਾਲ ਚੱਕਦੇ ਆ, 26 ਤਰੀਕ ਨੂੰ ਸ਼ਾਮ ਨੂੰ ਜਦੋਂ ਅਸੀਂ 5 ਵਜੇ ਦੇ ਕਰੀਬ ਇਹ ਕਿਸਾਨ ਪਰੇਡ ਕਾਲਡ ਆਫ ਕਰਤੀ, ਰੱਦ ਕਰਤੀ, ਜਦੋਂ ਪਤਾ ਲੱਗਾ ਕਿ ਲਾਲ ਕਿਲੇ ਦੇ ਵਿੱਚ ਆਹ ਕੁਛ ਹੋ ਗਿਆ। ਅਸੀਂ ਆਪਣੇ ਲੋਕਾਂ ਨੂੰ ਹੋਰਾਂ ਨੂੰ ਮਰਵਾਉਣਾ ਨਹੀਂ ਚਾਹੁੰਦੇ ਸੀਗੇ, ਜਿਹੜੇ ਚਾਹੁੰਦੇ ਸੀ ਉਹਨਾਂ ਨੇ ਉਹ ਕੁਛ ਕੀਤਾ। ਅਸੀਂ ਕਿਸਾਨ ਪਰੇਡ ਜਦੋਂ ਕੀਤੀ, ਰਸੋਈ ਢਾਬਾ ਸਿੰਘੂ ਦੇ ਵਿੱਚ, ਰਸੋਈ ਪਿੰਡ ਵੀ ਆ ਉੱਥੇ, ਰਸੋਈ ਪਿੰਡ 'ਚ ਅਸੀਂ ਮੀਟਿੰਗ ਰੱਖੀ ਫੌਰੀ। ਸਾਡੀ ਆਪਸ 'ਚ ਗੱਲ ਹੋਈ, ਜਗਜੀਤ ਸਿੰਘ ਡੱਲੇਵਾਲ, ਬਲਵੀਰ ਸਿੰਘ ਰਾਜੇਵਾਲ ਜੀ, ਡਾਕਟਰ ਦਰਸ਼ਨਪਾਲ, ਅਸੀਂ ਵੀ ਜਿੰਨੇ ਵੀ ਸਾਥੀ ਆਪਾਂ ਇਕੱਠੇ ਹੋ ਸਕਦੇ ਹਾਂ ਵੀ ਫੌਰੀ ਮੀਟਿੰਗ ਕਰਕੇ ਵੇਖੀਏ ਤਾਂ ਹੁਣ ਅੱਗੇ ਆਪਾਂ ਕੀ ਕਰਨਾ। ਅਸੀਂ ਉੱਥੇ ਗੁਰੂ ਤੇਗ ਬਹਾਦਰ ਹਾਲ ਆ, ਉੱਥੋਂ ਉਤਰ ਕੇ ਰਸੋਈ ਢਾਬੇ ਤੱਕ ਜਾਂਦੇ ਆ, ਮਤਲਬ 8-9 ਕਿਲੋਮੀਟਰ ਉਹ ਜਗ੍ਹਾ ਬਣ ਜਾਂਦੀ ਹੈਗੀ ਆ। ਅਸੀਂ 5-7 ਸਾਥੀ ਤੁਰ ਕੇ ਗਏ ਉੱਥੋਂ ਤੱਕ। ਜਿਹੜਾ ਮੰਜ਼ਰ ਅਸੀਂ ਦੇਖਿਆ, ਜਿਹੜੇ ਬੰਦਿਆਂ ਨੇ ਉਹਨਾਂ ਨੇ ਦੇਖਿਆ ਨਹੀਂ ਹੈਗਾ, ਉਹ ਬਹੁਤ ਕੋਈ ਇਦਾਂ ਦੀ ਗੱਲਾਂ ਕਹਿ ਸਕਦੇ ਆ। ਜਿਹੜੀ ਕਿਸਾਨੀ ਕੋਈ 2 ਕਿੱਲੇ ਵਾਲਾ ਕਿਸਾਨ, 4 ਕਿੱਲੇ ਵਾਲਾ ਕਿਸਾਨ, 5-7 ਕਿੱਲੇ ਵਾਲਾ ਕਿਸਾਨ, ਉਹਨੇ ਲਾਲ ਕਿਲੇ ਤੇ ਝੰਡੇ ਤੋਂ ਕੁਝ ਨਹੀਂ ਲੈਣਾ। ਉਹਨੂੰ ਆਪਣੀ ਹੋਂਦ ਦੀ ਲੜਾਈ ਲੜਨ ਗਿਆ। ਉੱਥੇ ਬਹੁਤ ਵਾਰੀ ਕਿਹਾ ਗਿਆ ਵੀ ਡੈਕ ਨਾ ਵਜਾਓ ਜਾਂ ਹੋਰ, ਪਰ ਉਸ ਦਿਨ ਤੱਕ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ। ਉਹ 8-9 ਕਿਲੋਮੀਟਰ ਤੱਕ ਇਦਾਂ ਦਾ ਮਾਹੌਲ ਸੀ ਜਿਵੇਂ ਕੋਈ ਆਪਣਾ ਬਹੁਤ ਨੇੜਲੇ ਬੰਦੇ ਨੂੰ ਬੰਦਾ ਉਹਦਾ ਅਰਥੀ ਫੂਕ ਕੇ ਆਏ ਹੋ। ਕੋਈ ਆਪਸ 'ਚ ਗੱਲ ਨਹੀਂ ਕਰ ਰਿਹਾ ਸੀ, ਕੋਈ ਡੈਕ ਨਹੀਂ ਵੱਜ ਰਿਹਾ ਸੀ, ਕੋਈ ਰੋਟੀ ਨਹੀਂ ਬਣਾ ਰਿਹਾ ਸੀ, ਤੇ ਬਹੁਤ ਸਾਰੀਆਂ ਲੋਕਾਂ ਦੀਆਂ ਅੱਖਾਂ 'ਚ ਗਲੇਡੂ ਸੀ ਕਿ ਯਾਰ ਸਾਡੇ ਨਾਲ ਬਣ ਕੀ ਗਿਆ, ਅਸੀਂ ਕਰਨ ਕੀ ਆਏ ਤੇ ਇਹ ਹੋ ਕੀ ਗਿਆ। ਜਿਹੜੇ ਲੋਕਾਂ ਨੇ ਉਹ ਕਰਵਾਇਆ ਉਹ ਅੱਜ ਤੱਕ ਨਹੀਂ ਲੱਭੇਗੇ, ਕਿੱਥੇ ਆ ਉਹ? ਉਹ 27 ਸਵੇਰ ਨੂੰ ਕੌਣ ਸਾਹਮਣੇ ਆਇਆ? ਸੰਯੁਕਤ ਕਿਸਾਨ ਮੋਰਚਾ ਸਾਹਮਣੇ ਆਇਆ, ਉਹਨਾਂ ਨੇ ਹੀ ਸਾਂਭਿਆ। ਜਿਹੜਾ ਉਹ 150-200 ਮੁੰਡਾ ਜੇਲ੍ਹਾਂ 'ਚ ਧੱਕਿਆ ਗਿਆ, ਜਿਨ੍ਹਾਂ ਦੇ ਕਰਕੇ ਹੋਇਆ, ਉਹ ਕਿੱਥੇ ਆ? ਸੰਯੁਕਤ ਕਿਸਾਨ ਮੋਰਚੇ ਨੇ 150 ਵਕੀਲ, 12 ਉੱਪਰ ਸੀਨੀਅਰ ਵਕੀਲਾਂ ਦੀ ਟੀਮ, ਸਾਡਾ ਇੱਕ ਲੀਗਲ ਸੈੱਲ ਬਣਿਆ ਜਿਸ ਲੀਗਲ ਸੈੱਲ ਦਾ ਕੋਈ ਖੁਦ ਵੀ ਹਿੱਸਾ, ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਅਮਰਵੀਰ ਸਿੰਘ ਭੁੱਲਰ, ਸਾਰੇ ਜਾਣਦੇ ਉਹਨੂੰ, ਪ੍ਰਮੁੱਖ ਵਕੀਲ ਉਹਨਾਂ ਦੇ, ਔਰ ਸਾਡੇ ਨਾਲ ਯੂਨੀਵਰਸਿਟੀ ਪੜ੍ਹਦੇ ਰਹੇ ਹੈਗੇ ਆ, ਮੇਰੇ ਜੂਨੀਅਰ ਰਹੇ ਲਾਅ ਡਿਪਾਰਟਮੈਂਟ ਦੇ ਵਿੱਚ, ਠੀਕ ਹੈ। ਤਾਂ ਉਹ ਸਾਰੇ ਅਸੀਂ ਰਲ ਮਿਲ ਕੇ ਉਹਨਾਂ ਜਿਹੜੇ ਨੌਜਵਾਨਾਂ ਨੂੰ ਅੱਜ ਵੀ ਉਹਨਾਂ ਦੀ ਰਿਹਾਈ ਵਾਸਤੇ ਕੰਮ ਕਰ ਰਹੇ ਹੈਗੇ। 4 ਦਿਨ ਪਹਿਲਾਂ ਸੰਯੁਕਤ ਕਿਸਾਨ ਮੋਰਚਾ 2 ਲੱਖ ਰੁਪਇਆ ਜੇਲ੍ਹ ਦੇ ਵਿੱਚ ਦੇ ਕੇ ਆਇਆ ਵੀ ਉਹਨਾਂ ਨੂੰ ਅੰਦਰ ਜੇਲ੍ਹ 'ਚ ਰਹਿਣ 'ਚ ਕੋਈ ਦਿੱਕਤ ਨਾ ਆਵੇ। ਦਿੱਲੀ ਦੀ ਅਸੀਂ ਸਰਕਾਰ ਨੂੰ ਮਿਲੇ ਆ,
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਆਏ ਵੀ ਜੇਲ੍ਹਾਂ ਤੁਹਾਡੇ ਅੰਦਰ ਆ, ਵੀ ਜੇਲ੍ਹਾਂ ਦੇ ਅੰਦਰ ਕੋਈ ਜਿਹੜੀ ਹੈਗੀ ਹੈ ਲੋਕਾਂ ਨੂੰ ਮੁਸ਼ਕਲ ਨਾ ਆਵੇ। ਜਿਹੜਾ ਐਡੀ ਵੱਡੀ ਮੂਵਮੈਂਟ ਜਿਹੜੇ ਲੋਕਾਂ ਨੇ ਉਸਾਰੀ ਆ, ਕਿਸਾਨ ਜਥੇਬੰਦੀਆਂ ਨੇ ਪਿੰਡਾਂ 'ਚ ਮੀਟਿੰਗਾਂ ਕਰਕੇ ਜਦੋਂ 5 ਬੰਦੇ ਆਉਂਦੇ ਸੀ 7 ਆਉਂਦੇ ਸੀਗੇ, ਸਾਰੇ ਲੋਕ ਗਵਾਹ ਵੀ ਪਹਿਲਾਂ ਮੀਟਿੰਗਾਂ 'ਚ ਕਿੰਨੇ ਕੁ ਲੋਕ ਆਉਂਦੇ ਸੀ। ਕਰੋਨਾ ਦੀ ਦਹਿਸ਼ਤ ਸੀਗੀ, 5-5 7-7 ਬੰਦੇ ਆਉਂਦੇ ਰਹੇ, ਮਿਹਨਤ ਕਰਕੇ ਮਹੀਨਿਆਂ ਬੱਧੀ ਇੱਕ ਮੂਵਮੈਂਟ ਉਸਾਰੀ। ਇਸ ਸਿਖਰ ਤੇ ਗਈ ਮੂਵਮੈਂਟ ਨੂੰ, ਸਿਖਰ ਤੇ ਕਈ ਮੂਵਮੈਂਟ ਨੂੰ ਕੋਈ ਬੰਦਾ ਐ ਖੰਡਾਉਣ ਦੀ ਕੋਸ਼ਿਸ਼ ਕਰੇ, ਉਹਨੂੰ ਕੀ ਕਿਹਾ ਜਾਊਗਾ, ਉਹਨੂੰ ਕੀ ਕਿਹਾ ਜਾਣਾ ਚਾਹੀਦਾ। ਮੇਰੇ ਸ਼ਬਦ ਜਿਹਨੂੰ ਨਹੀਂ ਸਹਿਮਤ ਗਏ, ਜਿੰਨੇ ਸਿਰੇ ਤੇ ਗਈ ਮੂਵਮੈਂਟ ਖੰਡਾਈ ਆ, ਜਿਹਨੂੰ ਜਿਹੜਾ ਸ਼ਬਦ ਚੰਗਾ ਲੱਗਦਾ, ਕਿਸੇ ਨੂੰ ਲੱਗਦਾ ਵੀ ਉਹਨਾਂ ਨੂੰ ਦੇਸ਼ ਭਗਤ ਕਹਿਣਾ ਚਾਹੀਦਾ, ਉਹ ਦੇਸ਼ ਭਗਤ ਕਹਿ ਲੇ। ਕਿਸੇ ਨੂੰ ਕਹਿਣਾ ਚਾਹੀਦਾ ਕਿ ਵੀ ਉਹ ਬਹੁਤ ਦਲੇਰ ਸੀ, ਕਹਿ ਲੈਣਾ ਚਾਹੀਦਾ। ਵੀ ਜਿਨ੍ਹਾਂ ਨੂੰ ਜਿਹੜੇ ਮੂਵਮੈਂਟ ਦਾ ਨੁਕਸਾਨ ਕਰਦੇ ਆ, ਲੋਕਾਂ ਦੀ ਰੋਜੀ ਰੋਟੀ ਬਚਾਉਣ ਦੀ ਲੜਾਈ ਆ, ਤੇ ਉਹ ਲੜਾਈ ਸਿਖਰ ਤੇ ਗਈ, ਉਹਦਾ ਜੇ ਕੋਈ ਨੁਕਸਾਨ ਕਰਨਾ ਚਾਹੁੰਦਾ, ਜਿਹਨੂੰ ਮੇਰੇ ਸ਼ਬਦ ਨਹੀਂ ਚੰਗੇ ਲੱਗਦੇ, ਜਿਹਨੂੰ ਜਿਹੜਾ ਸ਼ਬਦ ਚੰਗਾ ਲੱਗਦਾ ਉਹ ਕਹਿ ਲੇ। ਕਿਸਾਨਾਂ ਦਾ ਜਿਹੜਾ ਕਿਸਾਨ ਸੰਘਰਸ਼ ਮੋਰਚੇ ਦਾ ਇੱਕ ਸਟੇਜ ਲੱਗੀ, ਉਹ ਤੋਂ ਕੁਝ ਦੂਰੀ ਤੇ ਇੱਕ ਹੋਰ ਸਟੇਜ ਲੱਗੀ ਸੀ ਕਿਸਾਨਾਂ ਦੀ, ਜਿੱਥੇ ਔਰਤਾਂ ਬੱਚੇ ਵੀ ਮੌਜੂਦ ਸੀ। ਉੱਥੇ ਕੁਝ ਲੋਕਾਂ ਨੇ ਹਮਲਾ ਕੀਤਾ ਸੀ ਤੇ ਤੁਹਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਸੰਯੁਕਤ ਮੋਰਚੇ ਤੇ ਕਿ ਸੰਯੁਕਤ ਮੋਰਚੇ ਦੇ ਆਗੂਆਂ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਉਸ ਵਕਤ। ਇਹਦੇ ਬਾਰੇ ਤੁਹਾਡੇ ਕੋਲ ਦੇਖੋ ਸੁਖਜਿੰਦਰ ਜੀ, ਇੱਕ ਸਟੇਜ ਇੱਥੇ ਲੱਗੀ ਆ, ਇੱਕ 500-700 ਮੀਟਰ ਪਿੱਛੇ ਲੱਗੀ ਸਟੇਜ, ਉੱਥੇ ਹਮਲਾ ਹੋਇਆ। ਅਸੀਂ ਹਮਲੇ ਦੀ ਨਿਖੇਧੀ ਕੀਤੀ। ਅਸੀਂ ਇਹ ਵੀ ਕਿਹਾ ਵੀ RSS ਤੇ BJP ਨੂੰ ਆਪਣੀ ਔਕਾਤ 'ਚ ਰਹਿਣਾ ਚਾਹੀਦਾ। ਜੇ ਉਹ ਸਾਡੇ ਕਿਸੇ ਵੀ ਜਿਹੜੇ ਆਮ ਸਾਡੀਆਂ ਬੀਬੀਆਂ ਨੇ, ਮਾਤਾਵਾਂ ਭੈਣਾਂ ਨੇ, ਉਹਨਾਂ ਤੇ ਕੋਈ ਹਮਲਾ ਕਰਦਾ, ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਉਹਦਾ ਡਟਵਾਂ ਵਿਰੋਧ ਕੀਤਾ। ਦੂਜੀ ਗੱਲ, ਅਸੀਂ ਇਹ ਵੀ ਕਿਹਾ ਕਿ ਜੇ ਉਹਨਾਂ ਲੋਕਾਂ ਨੂੰ ਲੱਗਦਾ, ਉਹਨਾਂ ਨੂੰ ਇੱਧਰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਆ ਜਾਣਾ ਚਾਹੀਦਾ। ਬਹੁਤ ਸਾਰੀਆਂ ਬੀਬੀਆਂ ਨੂੰ ਇੱਧਰ ਲੈ ਕੇ ਵੀ ਆਏ ਸਾਡੇ ਸਾਥੀ, ਇੱਧਰ ਆਈਆਂ ਵੀ। ਉਹ ਗੱਲ ਇਹ ਆ ਕਿ ਕੋਈ ਬੰਦਾ ਧਰਨਾ ਲਾਈ ਬੈਠਾ, ਉਹ ਜਥੇਬੰਦੀ ਜੇ ਉਹ ਧਰਨੇ ਦੀ ਰਾਖੀ ਕਰਨ ਜੋਗੀ ਹੈ ਨਹੀਂ, ਫਿਰ ਉਹ ਸਾਂਝੇ ਸ਼ਾਮਲ ਹੋਵੇ ਨਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸ਼ੁਰੂ ਤੋਂ ਹੀ ਅਲੱਗ ਚੱਲੀ, ਅੱਜ ਤੱਕ ਜਿਹੜੀ ਹੈਗੀ ਆ ਉਹ ਅਲੱਗ ਚੱਲੀ ਹੈਗੀ ਆ। ਹੁਣ ਦੁਨੀਆ ਦੀ ਜਿਹੜੀ ਹਰ ਘਟਨਾ ਹੋ ਰਹੀ ਹੈਗੀ ਆ, ਤੁਸੀਂ ਉਹਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਨੂੰ ਜ਼ਿੰਮੇਵਾਰ ਠਹਿਰਾਓ, ਤਾਂ ਇਹ ਜਿਹੜੀ ਹੈਗੀ ਗੱਲ ਉਹ ਕਿਸੇ ਤਰੀਕੇ ਨਾਲ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਇਹ ਗੱਲ ਆਈ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਇਹ ਕਿਹਾ ਗਿਆ ਸੀਗਾ ਕਿ ਆਪਣਾ ਕੋਈ ਵੀ ਕਿਸਾਨ ਉਸ ਉਧਰ ਨਾ ਜਾਵੇ। ਦੇਖੋ ਸੋਸ਼ਲ ਮੀਡੀਆ ਤੇ ਇਹ ਵੀ ਇੱਕ ਪਾਰਟੀ ਨੂੰ 115 ਸੀਟਾਂ ਵੀ ਦੇ ਰਹੇ ਸੀ ਕੁਝ ਲੋਕ। ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲਦਾ, ਜ਼ਮੀਨੀ ਹਕੀਕਤਾਂ ਹੋਰ ਚੀਜ਼ ਨੇ। ਰਜਿੰਦਰ ਜੀ, ਜੇਕਰ ਮਾਲਕ ਦੀ ਕਿਰਪਾ ਹੁੰਦੀ ਹੈ, ਕਿਸਾਨ ਕਮੇਟੀ ਜਿਹੜੇ ਹੈਗਾ ਸੰਘਰਸ਼ ਜਿੱਤਦੇ ਆ, ਕਾਨੂੰਨ ਰੱਦ ਹੁੰਦੇ ਆ, ਤਾਂ ਕਿਸਾਨ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚਾ ਜਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਜੋ ਹੈਗੀਆਂ ਪੰਜਾਬ ਦੀਆਂ, ਉਹਨਾਂ ਕੋਲੇ ਕੋਈ ਅਜਿਹਾ ਪਲਾਨ ਹੈ ਜਿਸ ਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਹਾਲਾਤ ਸੁਧਰ ਸਕਣ, ਖੁਦਕੁਸ਼ੀਆਂ ਜੋ ਲਗਾਤਾਰ ਹੋ ਰਹੀਆਂ ਨੇ ਉਹ ਰੁਕ ਸਕਣ, ਕਿਸਾਨਾਂ ਦੀ ਜੋ ਕੁਰਕੀਆਂ ਹੋ ਰਹੀਆਂ ਨੇ ਉਹ ਰੁਕ ਸਕਣ? ਬਿਲਕੁਲ ਜੀ, ਕਾਨੂੰਨ ਤਾਂ ਹੁਣ ਆਏ ਆ। ਸਾਡੀ ਲੜਾਈ ਤਾਂ ਪਹਿਲਾਂ ਪੰਜਾਬ ਦੇ ਵਿੱਚ ਕਰਜ਼ਾ ਜਿਹੜਾ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ, ਪੰਜਾਬ ਦੀ ਕੈਪਟਨ ਸਰਕਾਰ ਇਹ ਗੱਲ ਲੈ ਕੇ ਆਈ ਕਿ ਅਸੀਂ ਭਾਵੇਂ ਆੜ੍ਹਤੀਆਂ ਦਾ, ਬੈਂਕਾਂ ਦਾ, ਸਾਰੇ ਕਿਸਾਨਾਂ ਦੇ ਕਰਜ਼ੇ ਜਿਹੜੇ ਹੈਗੇ ਆ ਉਹ ਮਾਫ ਕਰਾਂਗੇ। ਇਹ ਕਰਜ਼ਾ ਪੰਜਾਬ ਦਾ ਸਿਆਸੀ ਮੁੱਦਾ ਇਸ ਕਰਕੇ ਬਣਿਆ ਸੀ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਰਜ਼ਾ ਮੁਕਤੀ ਲਈ ਲੜ ਰਹੀਆਂ ਸੀ। ਜਦੋਂ ਉਹਨੇ ਵਾਅਦਾ ਕੀਤਾ, ਉਸ ਤੋਂ ਬਾਅਦ ਵੀ ਪਹਿਲਾਂ ਤਾਂ ਇਹ ਮਾਹੌਲ ਬਣਿਆ ਕਿ ਸਰਕਾਰ ਨੂੰ ਕਹਿਣਾ ਪਿਆ ਵੀ ਕਰਜ਼ਾ ਮਾਫ ਕਰਾਂਗੇ। ਉਸ ਤੋਂ ਬਾਅਦ ਜਦੋਂ ਨਹੀਂ ਮਾਫ ਕੀਤਾ ਤੇ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਲੜਾਈ ਵੀ ਲੜੀ। ਅਸੀਂ ਲੜਾਈ ਲੜ ਹੀ ਰਹੇ ਸੀ ਕਿ ਉਹਦੇ 'ਚੋਂ ਖੇਤੀ ਕਾਨੂੰਨ ਆ ਗਏ। ਬਕਾਇਦਾ ਅਸੀਂ ਜਿਹੜਾ ਇਹ ਖੇਤੀ ਮਾਡਲ, ਜਿਹੜਾ ਹਰੇ ਇਨਕਲਾਬ ਦਾ ਖੇਤੀ ਮਾਡਲ ਆ, ਜਿਹੜਾ ਕਰਜ਼ੇ ਦਾ ਮੂਲ ਕਾਰਨ ਆ, ਅਸੀਂ ਇਸ ਖੇਤੀ ਮਾਡਲ ਨੂੰ ਬਦਲ ਕੇ ਕੁਦਰਤ ਤੇ ਕਿਸਾਨ ਪੱਖੀ ਹੰਢਣਸਾਰ ਖੇਤੀ ਮਾਡਲ ਦੀ ਗੱਲ ਕਰਦੇ ਹਾਂ, ਜਿਹਦੇ 'ਚ ਸਾਡਾ ਹਵਾ, ਪਾਣੀ, ਮਿੱਟੀ ਵੀ ਜਿਹੜਾ ਹੁਣ ਇੰਨਾ ਪਲੂਟ ਹੋ ਚੁੱਕਾ। ਪੰਜਾਬ ਧਰਤੀ ਹੇਠਲੋਂ 86% ਪਾਣੀ ਕੱਢ ਚੁੱਕਾ ਔਰ 14% ਦੇ ਪਾਣੀ ਰਹਿ ਗਿਆ। ਇਹ 5-10 ਸਾਲ ਦੀ ਹੋਰ ਖੇਡ ਆ ਜੇ ਹਰੇ ਇਨਕਲਾਬ ਦਾ ਖੇਤੀ ਮਾਡਲ ਨਾ ਬਦਲਿਆ ਗਿਆ। ਤੋਂ ਬਕਾਇਦਾ ਜੋ ਕੱਲੀ ਸਮੱਸਿਆ ਉਹਦੇ ਬਾਰੇ ਬਕਾਇਦਾ ਸਾਡੇ ਕੋਲ ਪ੍ਰੋਗਰਾਮ ਆ, ਭਾਵੇਂ ਛੋਟੀ ਕਿਸਾਨੀ ਨੂੰ ਬਚਾਉਣ ਦੀ ਗੱਲ ਆ, ਭਾਵੇਂ ਕਰਜ਼ਾ ਮੁਕਤੀ ਦੀ ਗੱਲ ਆ, ਔਰ ਇਹ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਅਸੀਂ ਉਹ ਲੜਾਈ ਆਪਣੀ ਜਿਹੜੀ ਉਹ ਜਾਰੀ ਰੱਖਾਂਗੇ। ਜਿਹੜੀ ਤੁਹਾਨੂੰ ਯਾਦ ਹੋਣਾ, ਤੁਹਾਡੇ ਪਿੰਡ ਦਾ ਇੱਕ ਕਿਸਾਨ ਨੇ ਆੜ੍ਹਤੀਏ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ ਸੀ ਨਹਿਰ ਦੇ ਵਿੱਚ ਛਾਲ ਮਾਰ ਕੇ। ਤਾਂ ਅਜਿਹੀਆਂ ਚੀਜ਼ਾਂ ਨੂੰ ਰੋਕਣ ਲਈ ਜਿਹੜਾ ਹੈਗਾ ਤੁਹਾਡੇ ਜਿਹੜੇ ਪ੍ਰੋਗਰਾਮ ਨੇ ਉਹ ਸક્ષਮ ਹੋਣਗੇ? ਦੇਖੋ ਅਸੀਂ ਤਾਂ ਲਗਾਤਾਰ ਅਸੀਂ ਉਹ ਸੰਘਰਸ਼ ਵੀ ਲੜਿਆ ਸੀਗਾ, ਤੁਹਾਨੂੰ ਪਤਾ ਕਿ ਜਿੱਥੇ ਵੀ ਕੁਝ ਗਲਤ ਹੁੰਦਾ ਅਸੀਂ ਆਪਣੀ ਸਮਰੱਥਾ ਮੁਤਾਬਕ ਜਿਹੜਾ ਹੈਗਾ ਉਹ ਸੰਘਰਸ਼ ਲੜਦੇ ਹੈਗੇ। ਲੋਕ ਜਿੰਨੇ ਲਾਮਬੰਦ ਹੁੰਦੇ ਆ, ਅਸੀਂ ਉਹਨਾਂ ਵਰਤਾਰਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਬੋਲਦੇ ਆ। ਜਿੱਥੋਂ ਤੱਕ ਆ ਵੀ ਕੋਈ ਲੜਾਈ ਕਿੰਨੀ ਸક્ષਮ ਹੁੰਦੀ ਆ, ਇਹ ਲੋਕਾਂ ਦੀ ਜਿਹੜੀ ਚੇਤਨਾ ਤੇ ਉਹਦੀ ਹਿੱਸੇਦਾਰੀ ਤੇ ਨਿਰਭਰ ਕਰਦਾ ਹੈਗਾ। ਹੁਣ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਜੂਨ ਤੋਂ ਲੱਗੀਆਂ ਹੋਈਆਂ ਸੀ।
ਲਗਾਤਾਰ ਕੰਪੇਨ ਕੀਤੀ, ਲੋਕਾਂ ਨੇ ਸਹਿਯੋਗ ਕੀਤਾ, ਸੰਘਰਸ਼ ਬਣ ਗਿਆ। ਇਸੇ ਤਰ੍ਹਾਂ ਪਲ ਨੂੰ ਭਾਵੇਂ ਕਰਜ਼ਾ ਮੁਕਤੀ ਦਾ ਮਾਮਲਾ ਹੈਗਾ, ਭਾਵੇਂ ਹਰੇ ਇਨਕਲਾਬ ਦਾ ਖੇਤੀ ਮਾਡਲ ਦਾ ਬਦਲਣ ਦਾ ਮਾਮਲਾ ਹੈਗਾ, ਜਿਹੜੇ ਤੇ ਵੀ ਕਿਸਾਨ ਜਥੇਬੰਦੀਆਂ ਦੇ ਏਜੰਡੇ ਤੇ ਲੜਾਈ ਹੈਗੀ ਆ, ਉਹ ਆਪਣੀ ਲੜਾਈ ਅੱਗੇ ਵਧਾਉਣਗੀਆਂ। ਲੋਕ ਜਿੰਨਾ ਸਹਿਯੋਗ ਕਰਨਗੇ, ਲੜਾਈ ਓਨੀ ਹੀ ਸਫਲ ਹੋਊਗੀ। ਇੱਕ ਜਿਹੜੇ ਹੈਗੇ ਆ ਲੜਕੀ ਨੌਦੀਪ ਉੱਥੋਂ ਗ੍ਰਿਫਤਾਰ, ਕਹਿੰਦੇ ਕਿਸਾਨ ਸੰਘਰਸ਼ ਦੇ ਵਿੱਚੋਂ ਗ੍ਰਿਫਤਾਰ ਕੀਤੀ ਗਈ ਸੀ, ਹਾਲੇ ਤੱਕ ਉਹਦੀ ਰਿਹਾਈ ਨਹੀਂ ਹੋ ਸਕੀ। ਉਹਦੀ ਰਿਹਾਈ ਲਈ ਔਰ ਕੁਝ ਜੋ ਹੋਰ ਨੌਜਵਾਨ ਜੋ ਗ੍ਰਿਫਤਾਰ ਕੀਤੇ ਗਏ ਨੇ, ਉਹਨਾਂ ਦੀ ਰਿਹਾਈ ਲਈ ਸੰਯੁਕਤ ਮੋਰਚਾ ਕੀ ਜਿਹੜਾ ਹੈਗਾ ਪਲਾਨ ਕਰ ਰਿਹਾ? ਨਹੀਂ, ਨੌਦੀਪ ਉੱਥੇ ਇੱਕ ਮਜ਼ਦੂਰਾਂ ਦਾ ਮਸਲਾ ਸੀਗਾ, ਮਜ਼ਦੂਰਾਂ ਦੇ ਜਿਹੜੇ ਕੰਮ ਦਾ ਬਕਾਇਆ ਰੁਕਿਆ ਸੀਗਾ, ਉਸ ਮਾਮਲੇ 'ਚ ਉਹਦੀ ਗ੍ਰਿਫਤਾਰੀ ਹੋਈ ਹੈਗੀ ਆ। ਉਹ ਸਿੱਧੇ ਕਿਸਾਨ ਸੰਘਰਸ਼ ਦੇ ਨਾਲ ਨਹੀਂ ਜੁੜੇ ਹੋਏ ਸੀ। ਫਿਰ ਵੀ ਅਸੀਂ 21 ਜਨਵਰੀ ਨੂੰ ਜਦੋਂ ਇਹ ਰੂਟ ਬਾਰੇ ਬਾਬਤ ਗੱਲਬਾਤ ਚੱਲ ਰਹੀ ਸੀ, ਤੇ ਮੈਂ ਤੇ ਡਾਕਟਰ ਦਰਸ਼ਨਪਾਲ ਹੋਰਾਂ ਨੇ ਸੋਨੀਪਤ ਦੇ ਜਿਹੜੇ ਐਸਐਸਪੀ ਰੰਧਾਵਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਕਿ ਵੀ ਉਹ ਲੜਕੀ ਸਾਡੀ ਹੋਈ ਆ, ਜਿਹੜਾ ਉਹਨੂੰ ਤੁਸੀਂ ਨਜਾਇਜ਼ ਕੇਸ ਦੇ ਵਿੱਚ ਉਲਝਾਇਆ ਹੋਇਆ, ਵੀ ਅਸੀਂ ਇਸ ਮਾਮਲੇ ਤੇ ਇਨਕੁਆਇਰੀ ਵਾਸਤੇ ਤੁਹਾਨੂੰ ਮਿਲਣਾ ਹੈਗਾ, ਠੀਕ ਹੈ। ਤੋ ਅਸੀਂ ਉਹਨਾਂ ਨੂੰ ਮਿਲਣਾ ਸੀਗਾ, ਗੱਲਬਾਤ ਉਹਨਾਂ ਨਾਲ ਹੋ ਚੁੱਕੀ ਸੀ, ਪਰ ਉਹਦੇ 'ਚ ਜਿਹੜੀਆਂ 26 ਦਾ ਜਿਹੜਾ ਸੀਗਾ ਪ੍ਰੋਗਰਾਮ ਉਹ ਸਿਰ 'ਤੇ ਸੀ, ਉਹ ਜਿਹੜਾ ਕੁਝ ਹੋ ਨਹੀਂ ਸਕਿਆਗਾ। ਤੇ ਅਸੀਂ ਹੁਣ ਵੀ ਜਿਹੜਾ ਸਾਡਾ ਲੀਗਲ ਸੈੱਲ ਹੈਗਾ, ਉਹਦੇ ਵੱਲੋਂ ਉਹਨਾਂ ਦੀ ਹਰ ਕਾਨੂੰਨੀ ਸਹਾਇਤਾ ਦੇਣ ਵਾਸਤੇ ਜਿਹੜਾ ਹੈਗਾ ਅਸੀਂ ਤਿਆਰ ਆ। ਪਰ ਆਲਰੇਡੀ ਉਹਨਾਂ ਦੇ ਵਕੀਲ ਜਿਹੜੇ ਨੇ ਉਹ ਹੋਏ ਨੇ। ਤੋ ਨੌਦੀਪ ਦਾ ਪਰਿਵਾਰ ਸਾਡੇ ਤੋਂ ਕੋਈ ਦੂਰ ਨਹੀਂ, ਸਾਡੇ ਨਾਲ ਪਰਿਵਾਰ ਉਹ ਜੁੜਿਆ ਹੋਇਆ, ਸਾਡੇ ਆਪਣਾ ਹੀ ਜਿਹੜਾ ਪਰਿਵਾਰ ਹੈ ਤੇ ਆਪਣੀ ਸਾਡੀ ਕੁੜੀ ਆ। ਕਿਸ ਚੀਜ਼ ਲਾਸਟ ਦੇ ਵਿੱਚ ਜਾਂਦੇ ਕਿ ਕਿਸਾਨ ਸੰਘਰਸ਼ ਤੋਂ ਕਿੰਨੀਆਂ ਕਾਸਾਂ ਨੇ, ਕਿੰਨਾ ਕੁ ਲੱਗਦਾ ਹੈ ਵੀ ਕਿੰਨੇ ਕੁ ਸਮੇਂ ਤੱਕ ਇਹ ਜਿਹੜਾ ਹੈਗਾ ਸੰਪੰਨ ਹੋ ਜਾਏਗਾ ਤੇ ਜਿੱਤ ਮਿਲੇਗੀ? ਹਾਂ, ਮੈਂ ਇੱਕੋ ਗੱਲ ਤੁਸੀਂ ਰਹਿ ਗਈ, ਦੂਸਰੇ ਨੌਜਵਾਨਾਂ ਬਾਰੇ ਪੁੱਛਿਆ ਸੀਗਾ, ਉਹ ਮੈਂ ਵੈਸੇ ਤੁਹਾਡੇ ਪਹਿਲੇ ਸਵਾਲ 'ਚ ਜਵਾਬ ਦਿੱਤਾ। ਉਹ ਅਸੀਂ ਲਗਾਤਾਰ ਰਿਹਾਈ ਵਾਸਤੇ ਜਿਹੜਾ ਹੈਗਾ ਲੱਗੇ ਹੋਏ ਆ। ਜਿਹੜੇ ਟਰੈਕਟਰਾਂ ਨੂੰ ਨੋਟਿਸ ਆ ਰਹੇ, ਹੋਰ ਹਰ ਤਰ੍ਹਾਂ ਦਾ ਕੇਸ, ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਸ਼ਿਕੰਜੇ 'ਚ ਜਿਹੜੀ ਦਿੱਲੀ ਪੁਲਿਸ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰੂਗੀ, ਉਹ ਹਰ ਲੜਾਈ ਜਿਹੜੀ ਹੈਗੀ ਆ ਸੰਯੁਕਤ ਕਿਸਾਨ ਮੋਰਚਾ ਜਿਹੜਾ ਲੜੂਗਾ। ਜਿੱਥੋਂ ਤੱਕ ਇਹ ਲੜਾਈ ਦਾ ਹੈਗਾ, ਇਹ ਲੜਾਈ ਬਹੁਤ ਲੰਬੀ ਹੈ, ਇਹਦੀ ਨੇੜ ਭਵਿੱਖ ਦੇ ਵਿੱਚ ਸਿਮਟ ਜਾਣ ਦੀ ਜਿਹੜੀ ਜ਼ਿਆਦਾ ਉਮੀਦ ਨਹੀਂ ਗੀ, ਕਿਉਂਕਿ ਸਰਕਾਰ ਨੇ ਇਹਨੂੰ ਆਪਣੀ ਹੋਂਦ ਦੀ ਲੜਾਈ ਮੰਨ ਲਿਆ। ਜਿਵੇਂ ਕਿਸਾਨੀ ਨੇ ਇਹਨੂੰ ਹੋਂਦ ਦੀ ਲੜਾਈ ਮੰਨ ਲਿਆ, ਮੋਦੀ ਸਰਕਾਰ ਨੇ ਵੀ ਇਹਨੂੰ ਆਪਣੀ ਹੋਂਦ ਦੀ ਲੜਾਈ ਮੰਨ ਲਿਆ ਕਿ ਜੇ ਇਹ ਖੇਤੀ ਕਾਨੂੰਨ ਰੱਦ ਕਰਦੇ ਆ ਤੇ ਹੋਂਦ ਜਿਹੜੀ ਮੋਦੀ ਸਰਕਾਰ ਦੀ ਵੀ ਉਹ ਖਤਰੇ 'ਚ ਆ, ਕਿਉਂਕਿ 7 ਸਾਲਾਂ ਦੇ ਵਿੱਚ ਉਹਨਾਂ ਨੂੰ ਕਦੀ ਇਸ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਸੀਗਾ। ਪਹਿਲੀ ਵਾਰੀ ਹੈ ਕਿ ਐਡੀ ਵੱਡੀ ਮੂਵਮੈਂਟ ਦਾ ਉਹਨਾਂ ਨੂੰ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਹੈਗਾ। ਇਸ ਕਰਕੇ ਲੜਾਈ ਲੰਬੀ ਆ, ਸਰਕਾਰ ਨੇ ਸਾਡਾ ਜਿਹੜਾ ਸਬਰ ਪਰਖਣਾ। ਅਸੀਂ ਇਹੀ ਬੇਨਤੀ ਕਰਾਂਗੇ ਕਿਸਾਨੀ ਨੂੰ ਕਿ ਹਾੜੀ ਦਾ ਸੀਜ਼ਨ ਆ, ਉਸ ਤੋਂ ਬਾਅਦ ਅਸੀਂ ਜਿਹੜੀ ਝੋਨੇ ਦੀ ਲਵਾਈ ਜਦੋਂ ਆਉਣੀ ਆ, ਉਹਨਾਂ ਦਿਨਾਂ ਹੀ ਸਰਕਾਰ ਨੇ ਪਰਖਣਾ ਕਿ ਸਾਡੇ ਇਕੱਠ ਸਿੰਘੂ ਜਾਂ ਟਿੱਕਰੀ ਤੋਂ ਘਟਦੇ ਤਾਂ ਨਹੀਂ ਗਏ। ਇਸ ਕਰਕੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਆਪਣੀ ਲੜਾਈ ਨੂੰ ਉਸੇ ਤਰ੍ਹਾਂ ਬਰਕਰਾਰ ਰੱਖੀਏ, ਗਰਮੀ ਦੇ ਦਿਨਾਂ 'ਚ ਵੀ ਉਸੇ ਤਰ੍ਹਾਂ ਮੋਰਚੇ ਭਖਦੇ ਰੱਖੀਏ, ਤਾਂ ਅਸੀਂ ਯਕੀਨਨ ਹੀ ਜਿੱਤ ਵਾਲੇ ਪਾਸੇ ਜਿਹੜਾ ਉਹ ਵਧਾਂਗੇ। ਤੁਸੀਂ ਸੁਣਿਆ ਕਿ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜੋ ਕਿਸਾਨ ਸੰਘਰਸ਼ ਹੈਗਾ, ਇਸ ਨੂੰ ਚਾਹੇ ਸਰਕਾਰ ਤਾਰਪੀਡੋ ਕਰਨਾ ਚਾਹੁੰਦੀ ਹੈ, ਪਰ ਕਿਸਾਨ ਆਪਣੇ ਜਿਹੜੇ ਹੈਗੇ ਦ੍ਰਿੜ ਨੇ, ਉਹਨਾਂ ਦੇ ਇਰਾਦੇ ਪੱਕੇ ਨੇ, ਤੇ ਇੱਕ ਨਾ ਇੱਕ ਦਿਨ ਜਿੱਤ ਜਿਹੜੀ ਹੈ ਹਾਸਲ ਜ਼ਰੂਰ ਹੋਊਗੀ। ਰਜਿੰਦਰ ਸੋਤਾ, ਟੀਵੀ।